हेलो दोस्तों, वेलकम टू सिद्धि पंजाब। टुडे आई एम आउट ऑफ स्टेशन, सो इसीलिए मैं नॉर्मल मोड 'ਚ ਤੁਹਾਡੀ ਕਰੰਟ ਅਫੇਅਰ ਦੀ ਕਲਾਸ ਨਹੀਂ ਲੈ ਪਾ ਰਹੀ। ਬਟ ਟੂ ਪ੍ਰੀਵੈਂਟ ਮਿਸਿੰਗ ਦ ਕਲਾਸ ਮੈਂ ਇਸ ਮੋਡ 'ਚ ਲੈ ਰਹੀ ਹਾਂ। ਹੋਪ ਇਟ ਹੈਲਪਸ। ਸੋ 6th ਤੋਂ ਲੈ ਕੇ 12th ਜੂਨ ਤੱਕ ਦੇ ਜੋ ਕਰੰਟ ਅਫੇਅਰਸ ਹੈ ਉਹ ਅੱਜ ਆਪਾਂ ਇਸ ਡਿਸਕਸ਼ਨ ਵਿੱਚ ਡਿਸਕਸ ਕਰਨ ਵਾਲੇ ਹਾਂ। ਥੀਸ ਆਰ ਦ 10 ਟੌਪਿਕਸ ਦੈਟ ਬਰੀਫਲੀ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਮੈਂ ਥੋੜਾ ਥੋੜਾ ਹਰ ਟੌਪਿਕ ਦੇ ਬਾਰੇ ਤੁਹਾਨੂੰ ਦੱਸ ਦਾਂਗੀ। ਐਜ਼ ਆਈ ਸੈਡ ਦੈਟ ਆਈ ਐਮ ਆਊਟ ਆਫ ਸਟੇਸ਼ਨ, ज़्यादा टाइम मेरे को नहीं है, बट द मैक्सिमम दैट इज पॉसिबल इस टाइम पे आई विल ट्राई टू कवर दैट। ठीक है जी, लेट्स स्टार्ट विद द फर्स्ट टॉपिक डायरेक्टली। स्पेशल कैटेगरी स्टेटस टू एपी। एपी मींस आंध्र प्रदेश है, राइट। तो इशू क्या है, मैं थोड़ा ब्रीफ बैकग्राउंड दे दिंदी है। सो एक्चुअली 2014 ਦੇ ਵਿੱਚ ਆਂਧਰਾ ਪ੍ਰਦੇਸ਼ ਸਟੇਟ ਜਿਹੜੀ ਆ ਉਹ ਬਾਈਫਰਕੇਟ ਹੋਈ ਸੀ। 2014 ਦੇ ਵਿੱਚ ਸਾਨੂੰ ਨਵੀਂ ਸਟੇਟ ਤੇਲੰਗਾਨਾ ਜਿਹੜੀ ਹੈ ਉਹ ਮਿਲੀ ਸੀ। ਨਾउ तेलंगाना ਦਾ ਜੋ ਏਰੀਆ ਹੈ, ਸਪੈਸ਼ਲੀ ਹੈਦਰਾਬਾਦ ਯੂਜ਼ਡ ਟੂ ਬੀ ਅ ਮੇਜਰ ਸੋਰਸ ਆਫ ਰੈਵਨਿਊ ਫॉर ਆਂਧਰਾ ਪ੍ਰਦੇਸ਼ ਜੁਆਇੰਟ। तो ਜਦੋਂ ਉਹਦੀ ਬਾਈਫਰਕੇਸ਼ਨ ਹੋ ਗਈ ਤਾਂ ਉਹ ਮੇਜਰ ਸੋਰਸ ਆਫ ਰੈਵਨਿਊ ਆਂਧਰਾ ਪ੍ਰਦੇਸ਼ ਕੋਲ ਨਹੀਂ ਰਿਹਾ, ਜਿਸ ਦੀ ਵਜ੍ਹਾ ਤੋਂ ਐਜ਼ ਅ ਰਿਜ਼ਲਟ ਆਫ that now ਆਂਧਰਾ ਪ੍ਰਦੇਸ਼ has become revenue deficit state also। ਸੋ 2014 ਵਿੱਚ ਆਂਧਰਾ ਪ੍ਰਦੇਸ਼ ਨੂੰ ਇਹ ਇੱਕ ਪ੍ਰੋਮਿਸ ਕੀਤਾ ਗਿਆ ਸੀ ਪ੍ਰਾਈਮ ਮਿਨਿਸਟਰ ਉਸ ਟਾਈਮ ਦੇ ਜੋ ਸੀ ਮਨਮੋਹਨ ਸਿੰਘ, that ਉਹਨਾਂ ਨੂੰ ਸਪੈਸ਼ਲ ਕੈਟਾਗਰੀ ਸਟੇਟ ਦਾ ਦਰਜਾ ਦਿੱਤਾ ਜਾਏਗਾ, ਰਾਈਟ। ਉਹਦੇ ਫਾਇਦੇ ਕਿਆ ਹੁੰਦੇ ਆਈ ਵਿਲ ਟੈਲ ਯੂ। ਬਟ ਐਕਚੁਅਲੀ ਕਿਆ ਹੋਇਆ ਕਿ ਉਹ 2014 ਵਿੱਚ ਨਈ ਸਰਕਾਰ ਆਈ, ਐਨਡੀਏ ਦੀ ਸਰਕਾਰ ਹੋਈ, ਔਰ ਇਹ ਵਾਅਦਾ ਜਿਹੜਾ ਹੈ ਐਕਚੁਅਲ ਵਿੱਚ ਪੂਰਾ ਨਹੀਂ ਕੀਤਾ ਗਿਆ, ਰਾਈਟ। ਐਂਡ ਸਟਿਲ ਆਂਧਰਾ ਪ੍ਰਦੇਸ਼ ਇਜ਼ ਸਟਰਗਲਿੰਗ ਵਿਦ ਦ ਫਾਈਨੈਂਸ਼ੀਅਲ ਇਸ਼ੂਜ਼, ਰਾਈਟ। ਹੁਣ ਇਹ ਸਪੈਸ਼ਲ ਕੈਟਾਗਰੀ ਸਟੇਟਸ ਦਾ ਕਨਸੈਪਟ ਹੈ ਕਿਆ, ਰਾਈਟ। ਇਹ 5th ਫਾਈਨੈਂਸ ਕਮਿਸ਼ਨ ਨੇ ਰਿਕਮੈਂਡ ਕੀਤਾ ਸੀ ਬੇਸਿਕਲੀ ਥੋੜੀ ਜੀ ਜੋ ਬੈਕਵਰਡ ਜਾਂ ਸਪੈਸ਼ਲ ਏਰੀਆਜ਼ ਹੈ ਉਹਨਾਂ ਦੀ ਅਸਿਸਟੈਂਸ ਦੇ ਲਈ, ਰਾਈਟ। ਇਸ 'ਚ ਕਿਆ ਹੁੰਦਾ, ਮੇਜਰ ਬੈਨੀਫਿਟ ਕਿਆ ਹੈ, ਜਿਹੜੀਆਂ ਵੀ ਸਾਰੀ ਸਕੀਮਸ ਹੈ 90:10 ਦੀ ਰੇਸ਼ੋ ਵਿੱਚ ਚੱਲਦੀਆਂ, ਯਾਨੀ ਕਿ 90% ਫੰਡਿੰਗ ਸੈਂਟਰ ਦਿੰਦਾ ਔਰ 10% ਸਟੇਟ। ਇਹ ਮੇਜਰ ਰੋਲ ਹੈ ਇਸ ਸਕੀਮ ਦਾ, ਇसीलिए ਸਾਰੀ ਸਟੇਟਸ ਇਹ ਪਾਣਾ ਚਾਹੁੰਦੀਆਂ ਹੈ। ਬਟ 14th ਫਾਈਨੈਂਸ ਕਮਿਸ਼ਨ ਨੇ ਇਹ ਸਿਸਟਮ ਜਿਹੜਾ ਹੈ ਬੰਦ ਕਰਤਾ ਸੀ। 14 ਫਾਈਨੈਂਸ ਕਮਿਸ਼ਨ ਨੇ ਦੇਖੋ ਡੈਵੋਲਿਊਸ਼ਨ ਓਵਰਆਲ ਇਨਕਰੀਜ਼ ਕਰ ਦਿੱਤੀ ਹੈ ਸਟੇਟਸ ਨੂੰ। ਨਾਓ 40% ਤੋਂ ਜ਼ਿਆਦਾ ਪੈਸਾ ਡਿਵੋਲਵ ਕੀਤਾ ਜਾ ਰਿਹਾ ਸੀ 14th ਫਾਈਨੈਂਸ ਕਮਿਸ਼ਨ ਤੋਂ ਬਾਅਦ। ਤਾਂ ਉਹਨਾਂ ਨੇ ਕਿਹਾ ਕਿ ਸਪੈਸ਼ਲ ਕੈਟਾਗਰੀ ਸਟੇਟਸ ਵਾਲੀ ਜ਼ਰੂਰਤ ਨਹੀਂ ਹੈ, ਤਾਂ ਇਹਨੂੰ ਖਤਮ ਕਰ ਦਿਓ, ਰਾਈਟ। ਸੋ ਇसीलिए ਹੁਣ ਆਪਾਂ ਦੇਖਣਾ ਹੈ ਕਿ ਆਂਧਰਾ ਪ੍ਰਦੇਸ਼ ਦੇ ਕੇਸ ਵਿੱਚ ਕਿਆ ਹੋਏਗਾ। ਬਟ ਸਪੈਸ਼ਲ ਕੈਟਾਗਰੀ ਸਟੇਟਸ ਅਗਰ ਆਪਾਂ ਦੇਖੀਏ ਕਿਹੋ ਜਿਹੀ ਸਟੇਟਸ ਨੂੰ ਦਿੱਤਾ ਜਾਂਦਾ ਹੈ, ਵਿਚ ਏਰੀਆਜ਼ ਗੈਟ ਦਿਸ ਸਟੇਟਸ। ਸੋ 5 ਕ੍ਰਾਈਟੇਰੀਆਜ਼ ਯੂਜ਼ ਹੁੰਦੇ ਹੈ। ਫਰਸਟ, ਅਗਰ ਮੈਜੋਰਿਟੀ ਟ੍ਰਾਈਬਲ ਪੋਪੂਲੇਸ਼ਨ ਹੋ, ਜਿਵੇਂ ਕਿ ਅਰੁਣਾਚਲ ਪ੍ਰਦੇਸ਼ ਹੈ, ਫੁੱਲੀ ਟ੍ਰਾਈਬਲ ਐਸਟੀ ਪੋਪੂਲੇਸ਼ਨ, ਇਹੋ ਜਿਹੇ ਏਰੀਆ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦਿੱਤਾ ਜਾਂਦਾ ਹੈ। ਦੈਨ ਜਿੱਥੇ ਪੋਪੂਲੇਸ਼ਨ ਬਹੁਤ ਘੱਟ ਹੈ, ਲੋ ਡੈਂਸਿਟੀ ਆਫ ਪੋਪੂਲੇਸ਼ਨ, ਡੈਂਸਿਟੀ ਮਤਲਬ ਪੋਪੂਲੇਸ਼ਨ ਪਰ ਏਰੀਆ, ਠੀਕ ਹੈ, ਅਗਰ ਘੱਟ ਹੋਵੇ ਉਹਨੂੰ ਦਿੱਤਾ ਜਾਂਦਾ ਹੈ। ਹਿਲੀ ਏਰੀਆਜ਼, close to international borders ਹੈ ਜੀ ਜੋ states ਹੈ that require special defense expenditure, special developmental expenditure ਹੈ ਜੀ states ਨੂੰ recognize ਕੀਤਾ ਜਾ ਸਕਦਾ ਹੈ। it is not compulsory ਕਿ ਸਾਰੀ ਹੈ ਜੀ states ਨੂੰ ਦਿੱਤਾ ਜਾਏਗਾ, but this can be one criteria। then ਅਗਰ socio economic and industrial backwardness ਹੈ ਇੱਕ ਏਰੀਆ ਦੀ, that can be recognized। and finally ਅਗਰ state finances adequate ਨਹੀਂ ਹੈਗੇ ਇੱਕ ਏਰੀਆ ਕੋਲ, then ਉਹਨਾਂ ਨੂੰ ਇੱਕ ਸਟੇਟਸ ਜਿਹੜਾ ਹੈ ਦਿੱਤਾ ਜਾ ਸਕਦਾ ਹੈ, ਰਾਈਟ। ਸੋ ਇਸੇ ਕੰਟੈਕਸ ਵਿੱਚ ਇਹ ਕਿਹਾ ਜਾ ਰਿਹਾ ਹੈ that ਆਂਧਰਾ ਪ੍ਰਦੇਸ਼ should get it। ਹਜੇ ਤੱਕ ਤੁਸੀਂ ਦੇਖੋ ਜਿਹੜੀ ਸਟੇਟਸ ਨੂੰ ਮਿਲਿਆ ਹੈ, ਦੋ ਸਟੇਟਸ ਇਨਕਲੂਡ ਅਰੁਣਾਚਲ ਪ੍ਰਦੇਸ਼, ਅਸਮ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ, ਉੱਤਰਾਖੰਡ। ਤੁਸੀਂ ਯਾਦ ਰੱਖ ਸਕਦੇ ਹੋ ਮੋਸਟਲੀ ਹਿਲੀ ਸਟੇਟਸ ਤੇ ਨਾਰਥ ਈਸਟ ਦੀ ਸਟੇਟਸ ਨੂੰ ਇਹ ਮਿਲਿਆ ਹੋਇਆ ਹੈ। ਨਾਓ ਆਂਧਰਾ ਪ੍ਰਦੇਸ਼ ਇਜ਼ ਕਲੇਮਿੰਗ, ਬਟ ਜਿਵੇਂ 14th ਫਾਈਨੈਂਸ ਕਮਿਸ਼ਨ ਨੇ ਮਨਾ ਕਰਤਾ ਹੈ, ਗਵਰਨਮੈਂਟ ਇਜ਼ ਆਲਸੋ ਨਾਟ ਰਿਕਗਨਾਈਜ਼ਿੰਗ दैट। ਇਸ ਵਜ੍ਹਾ ਤੋਂ ਇਹਨਾਂ ਨੂੰ ਸਪੈਸ਼ਲ ਪੈਕੇਜ ਦੇਣ ਦਾ ਪ੍ਰੋਮਿਸ ਕੀਤਾ ਗਿਆ ਹੈ। ਸਪੈਸ਼ਲ ਪੈਕੇਜ ਅਗੇਨ ਮੀਨਸ ਸਪੈਸ਼ਲ ਫਾਈਨੈਂਸ਼ੀਅਲ you know help that can help them recover from whatever losses that they have seen। ਸੋ ਸਪੈਸ਼ਲ ਪੈਕੇਜ ਵਿੱਚ ਕੀ ਹੋਊਗਾ, ਇਹਨਾਂ ਨੂੰ ਕੁਝ ਟੈਕਸ ਕੰਸੈਸ਼ਨਸ, ਸਪੈਸ਼ਲ ਅਸਿਸਟੈਂਸ ਤੇ ਇਹਨਾਂ ਦਾ ਮੇਜਰ ਇਰੀਗੇਸ਼ਨ ਪ੍ਰੋਜੈਕਟ ਪੋਲਾਵਰਮ ਇਰੀਗੇਸ਼ਨ ਪ੍ਰੋਜੈਕਟ ਲਈ ਅਸਿਸਟੈਂਸ ਦਿੱਤੀ ਜਾਏਗੀ, right now। So that is why this is required। let's see क्या ਹੁੰਦਾ है, but अपने लिए important है special category status बारे जानना। तो ਉਹਦੀ ਆ basic details ਤੁਸੀਂ ਯਾਦ ਰੱਖਣਾ। ਆਂਧਰਾ ਪ੍ਰਦੇਸ਼ ਦੀ as an example you can remember, right। next है ਨਿਊ ਸੈਲੇਡੋਨੀਆ। ਇਹ ਇੱਕ ਟੌਪਿਕ ਹੈ ਜਿਹੜਾ ਕਿ ਨਿਊਜ਼ 'ਚ ਹੈ। so this is a place in news, so that is why you should know about it। again questions can be there in prelims, that's why। ਸੋ ਸਾਊਥ ਪੈਸੀਫਿਕ ਦੇ ਏਰੀਆ ਦੇ ਵਿੱਚ ਇਹ ਜਿਹੜੀ ਨਿਊ ਸੈਲੇਡੋਨੀਆ ਪਲੇਸ ਹੈ ਇਹ ਲੋਕੇਟਡ ਹੈ। ਬੇਸਿਕਲੀ ਅਗਰ ਤੁਸੀਂ ਇਹਦਾ ਮੈਪ ਦੇਖੋ, ਦਿਸ ਇਜ਼ ਆਈ ਵਿਲ ਜ਼ੂਮ ਇਟ ਫॉर ਯੂ। ਆਈ ਹੋਪ ਜ਼ਿਆਦਾ ਹੀ ਨਾ ਜ਼ੂਮ ਹੋ ਗਿਆ ਹੋਵੇ। ਸੋ ਆਸਟ੍ਰੇਲੀਆ ਦੇ ਸਾਈਡ ਤੇ ਅਗਰ ਤੁਸੀਂ ਦੇਖੋ, ਦਿਸ ਪਲੇਸ ਇਜ਼ ਲੋਕੇਟਡ।
ਆਸਟ੍ਰੇਲੀਆ ਦੇ ਸਾਈਡ ਤੇ ਯੂ ਕੈਨ ਸੀ ਨਿਊ ਸੈਲੇਡੋਨੀਆ, ਸੋ ਪਾਪਾ ਨਿਊ ਗਿਨੀ, ਸੋਲੋਮਨ ਆਈਲੈਂਡਸ, ਵਨਾਤਾਓ, ਇਹਨਾਂ ਦੇ ਸਾਈਡ ਤੇ ਐਗਜ਼ਿਸਟ ਕਰਦਾ ਹੈ। ਫਿਜੀ ਯੂ ਕੈਨ ਸੀ। ਤਾਂ ਕਈ ਵਾਰੀ ਕ੍ਰੋਨੋਲੋਜੀਕਲ ਨਾਰਥ ਤੋਂ ਸਾਊਥ ਪੁੱਛ ਲੈਂਦੇ ਆ, ਪਲੀਜ਼ ਇਹ ਸਾਰੇ ਆਈਲੈਂਡਸ ਯਾਦ ਕਰਨ ਦੀ ਕੋਸ਼ਿਸ਼ ਕਰਨਾ। ਪਾਪਾ ਨਿਊ ਗਿਨੀ ਸਭ ਤੋਂ ਉੱਤੇ ਹੈ, ਫਿਰ ਸੋਲੋਮਨ ਆਈਲੈਂਡਸ ਹੈ, ਫਿਰ ਵਨਤਾਓ ਆ ਰਿਹਾ ਹੈ। ਫਿਜੀ ਇਜ਼ ਆਲਮੋਸਟ ਅਪਰ ਦੈਨ ਨਿਊ ਸੈਲੇਡੋਨੀਆ, ਦੈਨ ਨਿਊ ਸੈਲੇਡੋਨੀਆ ਆ ਰਿਹਾ ਹੈ। ਈਸਟ ਟੂ ਵੈਸਟ ਵੀ ਜਾਂ ਵੈਸਟ ਟੂ ਈਸਟ ਵੀ ਅਰੇਂਜ ਕਰਨਾ ਆ ਸਕਦਾ, ਦੈਟ ਇਜ਼ ਵਾਈ ਰਿਮੈਂਬਰ ਦਿਸ ਮੈਪ ਵੈਰੀ ਕੇਅਰਫੁਲੀ। ਇਹ ਕਾਫੀ ਨਿਊਜ਼ 'ਚ ਹੈ। ਹੁਣ ਨਿਊਜ਼ 'ਚ ਕਿਉਂ ਹੈ? ਸੋ ਦੇਖੀਏ, ਇਹ ਜਿਹੜਾ ਜਗ੍ਹਾ ਹੈ ਇਹ ਫ੍ਰੈਂਚ ਦੇ ਓਵਰਆਲ ਕੰਟਰੋਲ ਦੇ ਅੰਡਰ ਹੈ। ਇਟ ਇਜ਼ ਨਾਟ ਯੂ ਕੈਨ ਸੇ ਰਿਪਬਲਿਕ, ਇਟ ਇਜ਼ ਅ ਡੋਮੇਨੀਅਨ ਅੰਡਰ ਫਰਾਂਸ। ਆਲਦੋ ਇਹਨਾਂ ਕੋਲ ਬਹੁਤ ਸਾਰੀ ਆਟੋਨਮੀ ਹੈ ਖੁਦ ਨੂੰ ਗਵਰਨ ਕਰਨ ਦੀ, ਬਟ ਓਵਰਆਲ ਇਹਨਾਂ ਦਾ ਹੈਡ ਜੋ ਹੈ ਉਹ ਫ੍ਰੈਂਚ ਦਾ ਪ੍ਰੈਜ਼ੀਡੈਂਟ ਹੁੰਦਾ ਹੈ। ਸੋ ਹੁਣ ਫਰਾਂਸ ਨੇ ਕੁਝ ਚੇਂਜਸ ਲਿਆਏ ਆ ਜਿਨ੍ਹਾਂ ਤੇ ਇਹ ਤੇ ਵੀ ਇਹਨਾਂ ਦੀ ਪੋਪੂਲੇਸ਼ਨ ਤੇ ਇੰਪੈਕਟ ਪਏਗਾ। ਇਹਨਾਂ ਦੀ ਇੰਡੀਜੀਨੀਅਸ ਪੋਪੂਲੇਸ਼ਨ ਜਿਨ੍ਹਾਂ ਨੂੰ ਕਨਕ ਪੀਪਲ ਕਹਿੰਦੇ ਹੈ, ਰਿਮੈਂਬਰ ਦਿਸ ਆਲਸੋ, ਦਿਸ ਕੈਨ ਬੀ ਅ ਕੁਐਸਚਨ ਆਲਸੋ। ਤੁਹਾਨੂੰ ਕਨਕ ਪੀਪਲ ਪੁੱਛ ਕੇ ਦੇ ਮਾਈਟ ਆਸਕ ਸਮਥਿੰਗ ਔਰ ਯੂ ਮਾਈਟ ਗੈਟ ਇਨ ਕਨਫਿਊਜ਼, ਤਾਂ ਉਹ ਯਾਦ ਰੱਖਣਾ ਹੈ। ਸੈਲੇਡੋਨੀਆ ਦੇ ਨੇਟਿਵ ਰੈਜ਼ੀਡੈਂਟਸ ਨੂੰ ਕਨਕ ਕਿਹਾ ਜਾਂਦਾ ਹੈ। ਸੋ ਦੈਟਸ ਵਾਈ ਦੇ ਆਰ ਪ੍ਰੋਟੈਸਟਿੰਗ ਅਗੇਂਸਟ ਫ੍ਰੈਂਚ ਗਵਰਨਮੈਂਟ। ਕੁਝ ਚੇਂਜਸ ਰੂਲਸ ਦੇ ਆਏ ਹੈ, that is not important for us, but ਇਹਦਾ ਮੈਪ ਤੇ ਕਨਕ ਪੀਪਲ ਨੂੰ ਯਾਦ ਰੱਖਣਾ ਸਾਡੇ ਲਈ ਇੰਪੋਰਟੈਂਟ ਹੈ। ਸੋ ਰਿਮੈਂਬਰ ਦਿਸ ਕੇਅਰਫੁਲੀ। ਨੈਕਸਟ ਆ ਗਿਆ ਬ੍ਰਿਕਸ ਐਕਸਪੈਂਸ਼ਨ, ਰਾਈਟ। ਬਹੁਤ ਦੇਰ ਤੋਂ ਬ੍ਰਿਕਸ ਸਾਡੀ ਇੱਕ ਗਰੁੱਪਿੰਗ ਹੈ। ਇੱਥੇ ਬ੍ਰਿਕ ਦਾ ਮਤਲਬ ਇਟਨੀ ਹੈਗੀ ਹੈ, ਆਈ ਹੋਪ ਯੂ ਅੰਡਰਸਟੈਂਡ। ਜਿਹੜੀ ਸਾਡੀ ਇੰਟਰਨੈਸ਼ਨਲ ਗਰੁੱਪਿੰਗ ਹੈ ਉਹਨੂੰ ਐਕਸਪੈਂਡ ਕਰਨ ਦੀ ਗੱਲਬਾਤ ਚੱਲ ਰਹੀ ਹੈ, ਤੇ ਫਾਈਨਲੀ ਜਨਵਰੀ 2024 ਵਿੱਚ ਬ੍ਰਿਕਸ ਨੂੰ ਐਕਸਪੈਂਡ ਕੀਤਾ ਗਿਆ। 4 ਨਿਊ ਮੈਂਬਰਸ ਜਿਹੜੇ ਐਡ ਕਰ ਦਿੱਤੇ ਗਏ ਨੇ। ਦੋਸ 4 ਮੈਂਬਰਸ ਆਰ ਦਿਸ, ਯੂ ਮਸਟ ਰਿਮੈਂਬਰ ਇਟ। ਇਜਿਪਟ, ਇਥੋਪੀਆ, ਈਰਾਨ, UAE, UAE, ਰਾਈਟ। ਕੋਈ ਵੀ ਨਿਮੋਨਿਕ ਬਣਾ ਸਕਦੇ ਹੋ, ਈਜ਼ੀ ਹੀ ਹੈਗੇ ਹੈ, ਰਾਈਟ। ਯੂ ਮਸਟ ਰਿਮੈਂਬਰ ਦਿਸ, ਰਾਈਟ। ਹੁਣ ਇਹ ਦੇਖੋ ਕਿ ਇਹਨਾਂ ਦੇ ਆਉਣ ਨਾਲ ਬ੍ਰਿਕਸ ਦੀ ਓਵਰਆਲ ਪਾਵਰ ਵੱਧਦੀ ਹੈ। ਬ੍ਰਿਕਸ ਜੋ ਇੱਕ ਛੋਟੀ ਜਿਹੀ ਗਰੁੱਪਿੰਗ ਸੀ, that started as a grouping of eastern nations or less developed nations are now becoming a global power। ਐਂਡ ਇਹ ਮੈਂ ਨਹੀਂ ਕਹਿ ਰਹੀ, ਤੁਸੀਂ ਨੰਬਰਸ ਦੇਖੋ, ਯੂ ਵਿਲ ਗੈਟ ਟੂ ਨੋ। ਹੁਣ ਅਗਰ ਅੱਜ ਤੁਸੀਂ ਦੇਖੋ, ਬ੍ਰਿਕਸ ਅਕਾਊਂਟਸ ਫॉर 37.3% ਆਫ ਵਰਲਡ GDP, ਜਦਕਿ EU ਵਿਚ ਇਜ਼ ਵਨ ਆਫ ਦ ਮੋਸਟ ਪਾਵਰਫੁਲ ਇੰਟਰਨੈਸ਼ਨਲ ਗਰੁੱਪਿੰਗ, ਇਹਦੀ ਖੁਦ ਦੀ ਵੀ ਕੰਬਾਈਨਡ GDP is just 14.5%। that itself shows ਕਿ ਬ੍ਰਿਕਸ ਜਿਹੜਾ ਹੈ ਉਹ ਬਹੁਤ ਹੀ ਪਾਵਰਫੁਲ ਬਣਦਾ ਜਾ ਰਿਹਾ ਹੈ। ਇਹਦਾ ਇਕਨੋਮਿਕ ਕਲਾਊਟ ਬਹੁਤ ਵੱਡਾ ਹੈ, ਇਹਦੀ ਪੋਪੂਲੇਸ਼ਨ ਲਾਰਜ ਹੈ। 46% of world's population is comprised in this expanded grouping now। ਐਨਰਜੀ ਡੋਮੀਨੈਂਸ ਇਹ ਗਰੁੱਪਿੰਗ ਦੀ ਹੋ ਸਕਦੀ ਹੈ ਬਿਕੋਜ਼ ਮੇਜਰ ਵੈਸਟ ਏਸ਼ੀਅਨ ਕੰਟਰੀਜ਼ ਜਿਹੜੀਆਂ ਕਿ ਆਇਲ ਸਪਲਾਈਜ਼ ਹੈ ਉਹ ਇਹਦਾ ਹੁਣ ਪਾਰਟ ਬਣ ਗਈਆਂ ਹੈ, ਜਿਵੇਂ ਕਿ ਈਰਾਨ ਤੁਸੀਂ ਦੇਖੋ, UAE ਦੇਖੋ, ਰਾਈਟ। ਸਾਊਦੀ ਅਰੇਬੀਆ ਹੈਜ਼ ਆਲਸੋ ਬੀਨ ਇਨਕਲੂਡਡ, right? So that's why this is very important। जियो स्ट्रैटेजिक इन्फ्लुएंस ਇਹਦਾ ਕਾਫੀ ਜ਼ਿਆਦਾ ਹੋਏਗਾ ਇਸ ਗਰੁੱਪਿੰਗ ਦਾ, ਬਿਕੋਜ਼ ਮੇਜਰ ਕੰਟਰੀਜ਼ ਆਰ देयर, ਰਸ਼ੀਆ, ਚਾਈਨਾ, ਇੰਡੀਆ ਐਂਡ ਸੋ ਮੈਨੀ ਵੈਸਟ ਏਸ਼ੀਅਨ ਕੰਟਰੀਜ਼ ਆਰ देयर। that is why this expansion is very important। and ਇਸ ਤੇ ਤੁਹਾਨੂੰ ਮੇਨਸ ਦਾ ਕੁਐਸਚਨ ਵੀ ਆ ਸਕਦਾ ਐਂਡ ਪ੍ਰੀਲਿਮਸ ਦਾ ਆਲਸੋ, that which new members have been included। ਸੋ ਯਾਦ ਰੱਖਣਾ ਹੈ, 4 ਮੈਂਬਰਸ 2014 ਵਿੱਚ, 24 ਦੇ ਜਨਵਰੀ ਵਿੱਚ ਆਏ ਸੀ, ਬਟ ਹੁਣ ਫਾਈਨਲੀ there are 5 members that have been included। ਸਾਊਦੀ ਅਰੇਬੀਆ ਵੀ ਇੱਕ ਉਸ ਚੋਂ ਹੈ, UAE, ਈਰਾਨ, ਇਜਿਪਟ, ਇਥੋਪੀਆ, ਸਾਊਦੀ ਅਰੇਬੀਆ, these are there, you must remember this। ਠੀਕ ਹੈ ਜੀ, that is there। ਨੈਕਸਟ ਆ ਗਿਆ, ਮਿਨਿਸਟਰੀਜ਼ ਦੇ ਦਿੱਤੀਆਂ ਗਈਆਂ ਹੈ। ਆਲਦੋ ਇਹ ਤੇ ਕੋਈ ਕੁਐਸਚਨ ਨਹੀਂ ਆਏਗਾ, ਜਸਟ ਫॉर ਜਨਰਲ ਨੌਲੇਜ ਯੂ ਕੈਨ ਸੀ ਟੋਟਲ 72 ਮਿਨਿਸਟਰਸ ਹੈਵ ਬੀਨ ਮੇਡ। 61 BJP ਦੇ ਹੈ, 11 ਅਲਾਈਅੰਸ ਪਾਰਟਨਰਸ ਦੇ ਹੋਣਗੇ। ਇਹਨਾਂ ਚੋਂ ਯੂ ਨੋ ਮਿਨਿਸਟਰਸ ਬਣਾਏ ਜਾਣਗੇ। ਐਜ਼ ਯੂ ਨੋ, ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਦਾ। ਸਭ ਤੋਂ ਪਹਿਲਾਂ ਜਦੋਂ ਆਪਾਂ ਇੱਕ ਬੰਦਾ ਕੰਟੈਸਟ ਕਰਦਾ ਹੈ ਇੱਕ ਯੂ ਨੋ ਇਲੈਕਸ਼ਨਸ, ਉਹਨੂੰ ਕੈਂਡੀਡੇਟ ਕਹਿੰਦੇ ਹੈ, MP ਕੈਂਡੀਡੇਟ। ਜਦੋਂ ਉਹ ਐਕਚੁਅਲੀ ਜਿੱਤ ਜਾਂਦਾ ਹੈ, that time he or she becomes a MP। ਨਾਓ MP ਬਣਨ ਤੋਂ ਬਾਅਦ ਕੁਝ ਇਹੋ ਜਿਹੇ ਲੋਕ ਹੈ ਜਿਨ੍ਹਾਂ ਨੂੰ ਮਿਨਿਸਟਰੀਆਂ ਮਿਲਦੀਆਂ ਹੈ ਐਕਚੁਅਲ ਕੰਮ ਕਰਨ ਲਈ, those people are called as ministers। ਐਂਡ ਇਹੀ ਸਾਰੇ ਮਿਨਿਸਟਰਸ ਕਾਉਂਸਿਲ ਆਫ ਮਿਨਿਸਟਰਸ ਫਾਰਮ ਕਰਦੇ ਨੇ, ਰਾਈਟ। all of this we study in much detail in our polity classes। ਅਗਰ ਤੁਸੀਂ ਵੀ GS ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਫੁੱਲ ਬੈਚ ਕੰਸੀਡਰ ਕਰੋ, ਜੁਆਇਨ ਕਰਨਾ। ਉਸ 'ਚ ਇਹ ਸਾਰਾ ਕੁਝ ਅਸੀਂ ਬਹੁਤ ਬੇਸਿਕ ਲੈਵਲ ਤੋਂ ਪੜ੍ਹਾਉਂਦੇ ਹਾਂ, ਯੂ ਵਿਲ ਅੰਡਰਸਟੈਂਡ ਇਟ ਵੈਰੀ ਵੈਲ, ਰਾਈਟ। ਉਹਦੀ ਡਿਟੇਲਸ ਲੈਣ ਲਈ ਤੁਸੀਂ ਸਾਨੂੰ ਇਸ ਨੰਬਰ 8837604500 ਤੇ ਕਰ ਸਕਦੇ ਹੋ। I don't have my stencil, so I'm not able to write। ਬਸ you can just listen and try to understand, right। ਉਸ ਤਰੀਕੇ ਨਾਲ ਕੰਟੈਕਟ ਯੂ ਕੈਨ ਮੇਕ ਵਿਦ ਅਸ।
ਸੈਕੰਡ ਇਲੈਕਸ਼ਨ ਨਾਲ ਇੰਪੋਰਟੈਂਟ ਟੌਪਿਕ ਆਇਆ ਹੈ ਨੋਟਾ ਆਪਸ਼ਨ, ਰਾਈਟ? ਹੁਣ ਤੁਸੀਂ ਦੇਖੋ ਇਲੈਕਸ਼ਨਸ ਤੋਂ ਪਹਿਲਾਂ ਬਹੁਤ ਸਾਰੀ ਵੀਡੀਓਜ਼ ਆ ਰਹੀ ਸੀ ਕਿ ਨੋਟਾ ਦਾ ਕੋਈ ਇੰਪੈਕਟ ਨਹੀਂ ਹੁੰਦਾ, ਨੋਟਾ ਨੂੰ ਵੋਟ ਨਹੀਂ ਦੇਣਾ ਚਾਹੀਦਾ। ਸੋ ਦਿਸ ਆਰਟੀਕਲ ਇਜ਼ ਜਸਟ ਟ੍ਰਾਈਂਗ ਟੂ ਸ਼ੋ ਕਿ ਮੰਨਿਆ ਕਿ ਨੋਟਾ ਨੂੰ ਵੋਟਸ ਕਾਫੀ ਘੱਟ ਮਿਲਦੀਆਂ ਹੈ, 1% ਤੋਂ ਵੀ ਘੱਟ ਨੋਟਾ ਨੂੰ ਵੋਟਸ ਮਿਲਦੀਆਂ ਐਂਡ ਈਵਨ ਨੋਟਾ ਇਜ਼ ਨਾਟ ਇਫੈਕਟਿਵ ਕਿਉਂਕਿ ਨੋਟਾ ਦੀ ਵੋਟਸ ਇਨਵੈਲਿਡ ਹੀ ਕੰਸੀਡਰ ਕੀਤੀਆਂ ਜਾਂਦੀਆਂ ਹੈ। But this article says that in many areas, nota votes are used to show rejection to the candidates presented by the political parties. ਤੇ ਬਹੁਤ ਸਾਰੇ ਇਹੋ ਜਿਹੇ ਏਰੀਆਜ਼ ਹੈ ਜਿਵੇਂ ਕਿ ਇਸ ਡਾਟਾ 'ਚ ਕਿਹਾ ਗਿਆ ਬਹੁਤ ਸਾਰੇ ਲੈਫਟ ਵਿੰਗ ਐਕਸਟ੍ਰੀਮਿਜ਼ਮ ਹਿੱਟ ਏਰੀਆਜ਼ ਹੈ। ਬਿਹਾਰ ਦੀ ਕੁਝ ਕੌਂਸਟੀਟੂਐਂਸੀਜ਼ ਹੈ, ਇੰਦੌਰ ਜੋ ਬਹੁਤ ਮੇਜਰ ਸਿਟੀ ਹੈ ਸਵੱਛ ਭਾਰਤ ਦੇ ਕਰਕੇ ਤੁਸੀਂ ਦੇਖਿਆ ਉਹ ਬਹੁਤ ਫੇਮਸ ਹੈ ਔਰ ਕਾਫੀ ਰਿਨਾਊਡ ਸਿਟੀ ਹੈ। ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਨੋਟਾ ਦਾ ਹੈਵੀ ਇਸਤੇਮਾਲ ਕੀਤਾ ਗਿਆ ਹੈ ਲੋਕਾਂ ਦੁਆਰਾ ਟੂ ਸ਼ੋਕੇਸ that they are not happy with the candidates that have been presented by the parties। ਠੀਕ ਹੈ, ਤੋ ਆਰਟੀਕਲ ਜਸਟ ਕਹਿਣ ਚਾਹ ਰਿਹਾ ਹੈ ਕਿ ਰਾਈਟ ਟੂ ਰਿਜੈਕਟ ਜਿਹੜਾ ਹੈ ਹੋਰ ਸਟਰੋਂਗ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਰਿਲੇਟਡ ਐਂਡ ਫਿਊਚਰ ਦੇ ਵਿੱਚ ਹੋਰ ਓਪਰਚੁਨਿਟੀਜ਼ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹੈ ਕਿ ਨੋਟਾ ਦੇ ਥਰੂ ਦੇ ਆਰ ਐਕਚੁਅਲੀ ਏਬਲ ਟੂ ਐਕਸਰਸਾਈਜ਼ देयर ਰਾਈਟ ਟੂ ਰਿਜੈਕਟ। ਠੀਕ ਹੈ, ਰਾਈਟ ਟੂ ਵੋਟ ਤਾਂ ਸਾਡੇ ਕੋਲ ਹੈਗਾ ਹੀ ਹੈ, ਹੁਣ ਰਾਈਟ ਟੂ ਰਿਜੈਕਟ ਨੂੰ ਵੀ ਇੰਪਾਵਰ ਕਰੋ, ਰਾਈਟ? ਇਸ ਦੇ ਰਿਗਾਰਡਿੰਗ देयर आर मैनी केसेस ਆਲਸੋ। ਇੱਕ ਵੈਰੀ ਇੰਪੋਰਟੈਂਟ ਕੇਸ ਹੈ ਨੋਟਾ ਦੇ ਰਿਗਾਰਡਿੰਗ ਜਿਹੜਾ ਆਪਾਂ ਨੇ ਯਾਦ ਰੱਖਣਾ ਹੈ। ਅਗਰ ਤੁਹਾਨੂੰ ਪਤਾ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਅੰਦਰ ਲਿਖ ਕੇ ਦੱਸੋ ਵਿਚ ਇਜ਼ ਦੀ ਮੋਸਟ ਇੰਪੋਰਟੈਂਟ ਕੇਸ ਰਿਲੇਟਡ ਟੂ ਨੋਟਾ ਆਪਸ਼ਨ ਜਿਸ 'ਚ ਸਾਨੂੰ ਨੋਟਾ ਆਪਸ਼ਨ ਐਕਚੁਅਲੀ ਮਿਲਣਾ ਸ਼ੁਰੂ ਹੋਇਆ ਹੈ, ਰਾਈਟ? ਨੈਕਸਟ ਆ ਗਿਆ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ। ਸੋ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਫਿਰ ਤੋਂ ਕੁਐਸਚਨ 'ਚ ਹੈ, ਰਾਈਟ? ਇਹ ਸਾਰਾ ਬੇਸਿਕ ਆਪਾਂ ਪੋਲਿਟੀ 'ਚ ਪੜ੍ਹਦੇ ਆ। ਆਈ ਵੁੱਡ ਨਾਟ ਗੋ ਇਨਟੂ ਮਚ ਡਿਟੇਲ ਕਿਉਂਕਿ ਕਾਫੀ ਲੰਬਾ ਟੌਪਿਕ ਹੈ, ਇਹਦੀ ਇੱਕ ਕਲਾਸ ਲੱਗ ਜਾਂਦੀ ਹੈ ਫਰਸਟ ਪਾਸ ਦਾ ਪੋਸਟ ਤੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਸਮਝਾਉਂਦੇ ਹੋਏ। ਸੋ that you can read this content in the compilation but ਇਹਨੂੰ ਆਪਦੇ ਬੇਸਿਕਸ 'ਚ ਕਵਰ ਕਰੋ ਪੋਲਿਟੀ ਦੇ, ਰਾਈਟ? ਨੈਕਸਟ ਹੈਗਾ ਮੂਨਸ ਫਾਰ ਸਾਈਡ। ਸੋ ਦੇਖੋ ਚਾਈਨਾ ਹੌਲੀ ਹੌਲੀ ਮੂਨ ਮਿਸ਼ਨਸ ਤੇ ਕਾਫੀ ਜ਼ਿਆਦਾ ਪ੍ਰੋਗਰੈਸ ਕਰ ਰਿਹਾ ਹੈ। ਉਹਦੇ ਮੂਨ ਮਿਸ਼ਨ ਦਾ ਨਾਮ ਦੇਖੀਏ ਚੈਂਗ ਈ ਟਾਈਪ ਦਾ ਨਾਮ ਹੈ। 6 ਅੱਜ ਤੱਕ ਉਹ ਮੂਨ ਮਿਸ਼ਨਸ ਭੇਜ ਚੁੱਕੇ ਹੈ। ਹਰ ਮਿਸ਼ਨ 'ਚ ਦੇ ਆਰ ਟਰਾਈਂਗ ਟੂ ਪ੍ਰੋਗਰੈਸ ਫਰਮ ਵਨ ਸਟੈਪ ਟੂ ਦੀ ਨੈਕਸਟ ਸਟੈਪ। ਜਿਵੇਂ ਫਰਸਟ ਮਿਸ਼ਨ 'ਚ ਉਹਨਾਂ ਨੇ ਮੂਨ ਦੇ ਸਰਫੇਸ ਨੂੰ ਮੈਪ ਕੀਤਾ, ਸੈਕਿੰਡ ਦੇ ਵਿੱਚ ਉਹਨਾਂ ਨੇ ਔਰਬਿਟਰ ਭੇਜਿਆ, ਔਰਬਿਟਰ ਜਿਹੜਾ ਮੂਨ ਦੇ ਆਸੇ-ਪਾਸੇ ਘੁੰਮੂਗਾ ਤੇ ਇਨਫੋਰਮੇਸ਼ਨ ਇਕੱਠੀ ਕਰੂਗਾ। ਫਿਰ ਨੈਕਸਟ ਥਰਡ ਮਿਸ਼ਨ 'ਚ ਉਹਨਾਂ ਨੇ ਲੈਂਡਰ ਭੇਜਤਾ, ਰੋਵਰ ਭੇਜਤਾ, ਯਾਨੀ ਕਿ ਜੋ ਮੂਨ ਦੇ ਸਰਫੇਸ ਤੇ ਲੈਂਡ ਹੋ ਕੇ एक्चुअली इन्फॉर्मेशन इकट्ठी करेगा। रोवर मतलब वो वॉक करके या तुर के इन्फॉर्मेशन इकट्ठी करेगा, राइट? चैंग 4 भी क्या था, फर्स्ट अटेम्प्ट था लैंड दी फार साइड, मून दी फार साइड ते देखन दा। नाउ फार साइड ते नियर साइड हुंदा क्या है, जस्ट अंडरस्टैंड ये अपनी अर्थ है। मून ਜਿਹੜਾ ਹੈ ਉਹ ਅਰਥ ਦੇ ਆਸ-ਪਾਸ ਘੁੰਮਦਾ ਹੈ। ਇਹ ਦੇਖੋ ਕਿ ਇਹ ਮੂਨ ਦੀ ਐਕਸਿਸ ਤੁਸੀਂ ਕਹਿ ਸਕਦੇ ਹੋ ਅਰਥ ਦੀ ਐਕਸਿਸ, ਦੇ ਆਰ ਆਲਵੇਜ਼ ਅਲਾਈਨਡ, ਰਾਈਟ? ਇਸ ਵਜ੍ਹਾ ਤੋਂ ਕੀ ਹੁੰਦਾ ਹੈ ਕਿ from earth we can only see this side of the moon, this is called as near side। ਇਹ ਹਮੇਸ਼ਾ ਅਰਥ ਵੱਲ ਰਹਿੰਦੀ ਹੈ। ਇਹ ਸਮਝੋ ਕਿ ਮੂਨ ਅਰਥ ਦੇ ਰਿਸਪੈਕਟ ਵਿੱਚ ਰੋਟੇਟ ਨਹੀਂ ਕਰਦਾ ਹੈ, ਰਾਈਟ? ਅਰਥ ਦੇ ਰਿਸਪੈਕਟ ਵਿੱਚ ਉਹਦੀ ਆਹੀ ਸਾਈਡ ਆਪਾਂ ਨੂੰ ਹਮੇਸ਼ਾ ਵਿਜ਼ੀਬਲ ਹੁੰਦੀ ਹੈ, that is why this is called as near side। ਜਦਕਿ ਦੂਸਰੀ ਸਾਈਡ ਜਿਹੜੀ ਅਰਥ ਨੂੰ ਕਦੀ ਨਹੀਂ ਦਿਖਦੀ, ਅਰਥ ਟੂ ਐਕਸਪੋਜ਼ਡ ਨਹੀਂ ਹੈ, ਅਰਥ ਦੇ এনवायरमेंट ਦੀ ਗੈਸਿਸ ਵਗੈਰਾ ਐਮਿਸ਼ਨਸ ਵਗੈਰਾ ਇੱਥੇ ਨਹੀਂ ਜਾਂਦੀ, ਇਹਨੂੰ ਫਾਰ ਸਾਈਡ ਕਹਿੰਦੇ ਹੈ, ਰਾਈਟ? ਸੋ ਚੈਂਗ 4 ਉਹਨਾਂ ਦਾ ਫਰਸਟ ਮਿਸ਼ਨ ਸੀ ਇਹ ਫਾਰ ਸਾਈਡ ਨੂੰ ਸਟੱਡੀ ਕਰਨ ਦਾ। ਹੁਣ ਚੈਂਗ 6 ਉਹਨਾਂ ਦਾ ਲੇਟੈਸਟ ਮਿਸ਼ਨ ਹੈ ਇਹਨੂੰ ਸਕਸੈਸਫੁਲੀ ਇੱਥੋਂ ਡਾਟਾ ਗੈਦਰ ਕਰਨ ਦਾ, ਰਾਈਟ? ਨਾਓ ਇਸ ਸਾਈਡ ਦਾ ਇੰਨਾ ਸਿਗਨੀਫੀਕੈਂਸ ਕਿਆ ਹੈ ਜੋ ਮੂਨ ਦੀ ਫਾਰ ਸਾਈਡ ਤੇ ਆਪਾਂ ਇੰਨਾ ਫੋਕਸ ਕਰ ਰਹੇ ਹਾਂ? ਤਾਂ ਮੂਨ ਦੀ ਫਾਰ ਸਾਈਡ ਜਿਹੜੀ ਆ ਉਹ ਕਾਫੀ ਇੰਪੋਰਟੈਂਟ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਰਥ ਤੋਂ ਇਹ ਐਕਸਪੋਜ਼ਡ ਨਹੀਂ ਹੁੰਦੀ ਹੈ, ਰਾਈਟ? ਸੋ ਸਭ ਤੋਂ ਪਹਿਲਾ ਬੈਨੀਫਿਟ ਤਾਂ ਇਹੀ ਹੈ that this is free of any contamination that can be there because of the influences from earth। ਇਸੇ ਲਈ ਇੱਥੇ ਜਿਹੜੇ ਐਵੀਡੈਂਸਸ ਮਿਲਣਗੇ ਆਪਾਂ ਨੂੰ ਸੋਲਰ ਸਿਸਟਮ ਦੀ ਫਾਰਮੇਸ਼ਨ ਦੇ, ਮੂਨ ਦੀ ਫਾਰਮੇਸ਼ਨ ਦੇ, ਮੂਨ ਦੀ ਹਿਸਟਰੀ ਦੇ, ਸੋਲਰ ਸਿਸਟਮ ਦੀ ਹਿਸਟਰੀ ਦੇ, ਲੂਨ ਦੀ ਮੂਨ ਦੀ ਜਿਓਲੋਜੀ ਦੇ ਵੀ, ਉਹ ਬਹੁਤ ਇੰਪੋਰਟੈਂਟ ਹੈ। that is the first reason that this side is very important, right? ਸੈਕਿੰਡ ਇਹ ਹੈ ਕਿ ਅਗਰ ਇੱਥੇ ਵੱਡੇ ਟੈਲੀਸਕੋਪਸ ਵਗੈਰਾ ਲਗਾਉਣਾ ਈਜ਼ੀਅਰ ਹੈ ਬਿਕੋਜ਼ ਬੈਟਰ ਸਰਫੇਸ ਇਜ਼ देयर। ਸੋ ਇਸੀलिए ਸਾਰੀ ਕੰਟਰੀਜ਼ ਟਰਾਈ ਕਰ ਰਹੀਆਂ ਹੈ ਕਿ ਅਗਰ ਉਹ ਯੂਨੀਵਰਸ ਨੂੰ ਸਟੱਡੀ ਕਰਨਾ ਚਾਹੁੰਦੀਆਂ ਹੈ ਇਸ ਏਰੀਆ ਦੇ ਵਿੱਚ ਬੈਠ ਕੇ ਟੈਲੀਸਕੋਪ ਲਗਾ ਕੇ ਆਬਜ਼ਰਵੇਟਰੀਜ਼ ਵਗੈਰਾ ਲਗਾ ਕੇ ਦੇ ਕੈਨ ਵਰਕ ਵੈਰੀ ਐਫੀਸ਼ੀਐਂਟਲੀ। ਇਵਨ ਇੰਡੀਆਜ਼ ਇਸਰੋ ਇਜ਼ ਟਰਾਈਂਗ ਟੂ ਬਿਲਡ ਪ੍ਰਤਿਊਸ਼ ਟੂ ਲੈਂਡ ਔਨ ਦੀ ਫਾਰ ਸਾਈਡ, ਠੀਕ ਹੈ? ਨੈਕਸਟ ਬਹੁਤ ਇੰਪੋਰਟੈਂਟ ਕਾਰਨ ਹੈ ਮੂਨ ਦਾ ਸਾਊਥ ਪੋਲ ਜਿਹੜਾ ਕਿ ਅਗੇਨ ਫਾਰ ਸਾਈਡ ਨਾਲ ਰਿਲੇਟਡ ਹੈ।
ਇੱਥੇ ਦੇਖੋ ਬਹੁਤ ਹਾਈ ਪ੍ਰੋਬੇਬਿਲਿਟੀ ਹੈ ਕਿ ਵਾਟਰ ਮਿਲੇ। ਵਾਟਰ ਦਾ ਮਤਲਬ ਹੈ H2O, ਰਾਈਟ। ਨਾउ ਵਾਟਰ ਆਪਾਂ ਨੂੰ ਪਤਾ ਹੀ ਹੈ ਮੇਨ ਤੱਤ ਹੈ ਹਿਊਮਨ ਦੀ ਲਾਈਫ ਦਾ। ਬਟ ਵਾਟਰ ਮੂਨ ਤੇ ਕਿਉਂ ਇੰਪੋਰਟੈਂਟ ਹੈ? ਬਿਕੋਜ਼ ਵਾਟਰ ਨੂੰ ਇਲੈਕਟ੍ਰੋਲਾਈਸਿਸ ਦੇ ਥਰੂ ਜਾਂ ਥਰੂ ਅਦਰ ਮੈਕੈਨਿਜ਼ਮ ਇਸ ਚੋਂ ਆਪਾਂ ਹਾਈਡਰੋਜਨ which is a fuel for rockets and oxygen which is a fuel for human ਉਹ ਜਨਰੇਟ ਕਰ ਸਕਦੇ हैं, right? ਇਸੇ ਵਜ੍ਹਾ ਤੋਂ ਕੰਟਰੀਜ਼ ਲਾਈਕ US ਚਾਈਨਾ ਆਰ ਵੈਰੀ ਮਚ ਇੰਟਰਸਟਿਡ ਕਿ ਉਹ ਇੱਥੇ ਫਾਰ ਸਾਈਡ ਨੂੰ ਸਟੱਡੀ ਕਰਕੇ ਇਹ ਪੁਖਤਾ ਸਬੂਤ confidence to sabut they could present that water is present there, because this water will help in launching future missions to space। ਆਪਾਂ ਹਜੇ ਤੱਕ ਮੂਨ ਤੱਕ ਹੀ ਲੈਂਡ ਹੋ ਪਾਏ ਹੈ। ਹਿਊਮਨ ਹੈਜ਼ ਬੀਨ ਏਬਲ ਟੂ ਲੈਂਡ ਓਨਲੀ ਔਨ ਮੂਨ। ਹੋਰ ਬਹੁਤ ਸਾਰੇ ਪਲੈਨਟਸ ਹੈ ਜਿਨ੍ਹਾਂ ਤੇ ਵੀ ਹੈਵ ਸੈਂਟ ਸੈਟੇਲਾਈਟਸ ਬਟ ਨਾਟ ਹਿਊਮਨ। ਸੋ ਉਹ ਅਗਰ ਆਪਾਂ ਸੈਂਡ ਕਰਨਾ ਚਾਹੁੰਦੇ ਆ ਵੀ ਨੀਡ ਅ ਕਾਈਂਡ ਆਫ ਸਟੇਸ਼ਨ ਇਨ ਦੀ ਸਪੇਸ ਇਟਸੈਲਫ, ਜਿਹੜਾ ਕਿ ਪਲੈਨਟਸ ਦੇ ਕਾਫੀ ਕੋਲੇ ਹੋਵੇ ਜਾਂ ਜਿੱਤੋਂ ਰੀਫਿਊਲਿੰਗ ਜਾਂ ਹਿਊਮਨਸ ਨੂੰ ਰੈਸਟ ਵਗੈਰਾ ਕਰਨਾ ਈਜ਼ੀ ਹੋਵੇ। ਐਂਡ ਦੈਟ ਪਲੇਸ ਕੈਨ ਬੀ ਮੂਨਸ ਫਾਰ ਸਾਈਡ ਅਗਰ ਉੱਥੇ ਵਾਟਰ ਮਿਲ ਜਾਂਦਾ ਹੈ, ਬਿਕੋਜ਼ ਵੀ ਵਿਲ ਗੈਟ ਹਾਈਡਰੋਜਨ ਫॉर ਰॉकेट्स, ਆਕਸੀਜਨ ਫॉर ਹਿਊਮਨ। that is why this is very very significant, right? also finally ਇਹਦਾ ਕਾਰਨ ਇਹ ਹੈ ਕਿ ਦੇਖੋ ਫਾਰ ਸਾਈਡ ਤੇ ਜੋ ਬੈਠਾ ਹੈ ਉਹਨੂੰ ਅਰਥ ਬਿਲਕੁਲ ਵੀ ਨਹੀਂ ਦਿਖਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ the near side will be visible to the earth, ਇਧਰਲੀ ਸਾਈਡ ਬਿਲਕੁਲ ਨਹੀਂ visible। if you go on the far side ਤੁਹਾਨੂੰ ਅਰਥ ਨਾਮ ਦੀ ਚੀਜ਼ ਦਿਖੇਗੀ ਨਹੀਂ, ਤੁਹਾਨੂੰ ਸਿਰਫ ਕਾਲਾ ਯੂਨੀਵਰਸ ਦਿਖੇਗਾ as the universe is, right? ਸੋ ਇੱਥੇ ਬੈਠ ਕੇ ਜੋ ਐਸਟਰੋਨੌਟਸ ਹੈ ਉਹਨਾਂ ਦੀ ਵੀ ਐਕਚੁਅਲ ਟ੍ਰੇਨਿੰਗ ਹੋਗੀ ਹਾਊ ਇਟ ਵਿਲ ਫੀਲ ਵੈਨ ਦੇ ਮੂਵ ਅਵੇ ਇਨ ਦੀ ਸੋਲਰ ਸਪੇਸ, ਡੀਪਰ ਇਨਟੂ ਦੀ ਸੋਲਰ ਸਪੇਸ, ਰਾਈਟ? ਇਟ ਇਜ਼ ਕਾਈਂਡ ਆਫ ਅ ਟ੍ਰੇਨਿੰਗ ਪਲੇਟਫਾਰਮ। ਅਗਰ ਕੱਲ ਨੂੰ ਉਹਨਾਂ ਨੂੰ ਮਾਰਸ ਤੇ ਜਾਣ ਦਾ ਮੌਕਾ ਮਿਲਦਾ ਹੈ, ਵੀਨਸ ਤੇ wherever there is a possibility, if they can go there they will be trained ਕਿ ਅਰਥ ਤੋਂ ਬਿਨਾ ਕਿਵੇਂ ਰਹਿਣਾ ਹੈ actually। that can be a good ground in this far side। because of all these reasons this is very crucial। so ਇਹ ਆਪਣੇ ਸਾਇੰਸ ਦੇ ਲਈ ਬਹੁਤ ਇੰਪੋਰਟੈਂਟ ਟੌਪਿਕ ਹੈ, ਪਲੀਜ਼ ਮੇਕ ਸ਼ੋਰ ਟੂ ਰੀਡ ਇਟ ਵੈਲ। ਨੈਕਸਟ ਹੈਗਾ ਨੈਸ਼ਨਲ ਹੈਲਥ ਕਲੇਮ ਐਕਸਚੇਂਜ। ਇਹ ਅੱਛਾ ਨਿਊਜ਼ ਆਈਟਮ ਹੈ, ਪ੍ਰੀਲਿਮਸ ਚ ਪੁੱਛਿਆ ਜਾ ਸਕਦਾ ਹੈ ਤੁਹਾਨੂੰ। ਤਾਂ ਹੁਣ ਦੇਖੋ ਹੈਲਥ ਦੇ ਸੈਕਟਰ ਚ ਵੀ ਹੈਵ ਮੈਨੀ ਇੰਸ਼ੋਰੈਂਸ ਸਕੀਮਸ, ਰਾਈਟ? ਹੁਣ ਇੰਸ਼ੋਰੈਂਸ ਸਕੀਮਸ ਦਾ ਇਸ਼ੂ ਕੀ ਹੈ ਕਿ ਜਦੋਂ ਤੁਸੀਂ ਕਲੇਮ ਕਰਨ ਜਾਂਦੇ ਹੋ ਤਾਂ ਕਾਫੀ ਸਾਰੇ ਹੈਸਲਸ, ਰੈਡ ਟੇਪ ਬਹੁਤ ਹੁੰਦੀ ਹੈ। ਉਹਨੂੰ ਖਤਮ ਕਰਨ ਲਈ ਗਵਰਨਮੈਂਟ ਨੇ ਨੈਸ਼ਨਲ ਹੈਲਥ ਕਲੇਮ ਐਕਸਚੇਂਜ ਬਣਾਇਆ ਹੈ, ਜਿਹਦੇ ਵਿੱਚ ਕਿਆ ਹੋਏਗਾ, ਪੇਸ਼ੈਂਟਸ, ਇੰਸ਼ੋਰੈਂਸ ਕੰਪਨੀਜ਼ ਤੇ ਗਵਰਨਮੈਂਟ ਏਜੰਸੀਜ਼ ਇਕੱਠੇ ਪ੍ਰੈਜ਼ੈਂਟ ਹੋਣਗੀ ਤਾਂ ਕਿ ਕਲੇਮਸ ਜੋ ਹੈ ਉਹ ਜਲਦੀ ਤੋਂ ਜਲਦੀ ਪ੍ਰੋਸੈਸ ਹੋ ਸਕਣ। ਕਲੇਮਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਰੈਗੂਲਰਲੀ ਲੋਕਾਂ ਨੂੰ ਮਿਲਦੀ ਰਵੇ and they have hassle free access to quality healthcare। that is why this has been made। so ਇਹ ਬਹੁਤ important health ਦੇ sector ਦਾ initiative ਹੈ, ਇਹਨੂੰ ਯਾਦ ਰੱਖਣਾ ਹੈ। you can mention in answers, essays and use it in the prelims also, right? now next very important environment related topic है global plastics treaty। ਤਾਂ ਆਪਣੀ world ਦੀਆਂ ਜੋ countries ਹੈ, leading countries ਹੈ, they are trying to figure out a global plastics treaty ਤਾਂ ਕਿ ਵਰਲਡ 'ਚ ਜਿੰਨਾ ਪਲਾਸਟਿਕ ਦਾ ਇਸ਼ੂ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ। ਐਜ਼ ਯੂ ਕੈਨ ਸੀ ਦੀ ਨੰਬਰਸ 2019 ਦੇ ਵਿੱਚ 353 ਮਿਲੀਅਨ ਟਨਸ ਆਫ ਪਲਾਸਟਿਕਸ ਪੂਰੀ ਦੁਨੀਆ ਨੇ ਪ੍ਰੋਡਿਊਸ ਕੀਤਾ ਹੈ ਐਂਡ ਇਟ ਇਜ਼ ਐਸਟੀਮੇਟਡ ਕਿ ਇਹ ਡਬਲ ਹੈ 2000 ਦਾ, ਯਾਨੀ ਕਿ 19 ਸਾਲਾਂ ਦੇ ਵਿੱਚ ਆਪਾਂ ਡਬਲ ਕਰਤੀ ਹੈ ਪਲਾਸਟਿਕ ਦੀ ਪ੍ਰੋਡਕਸ਼ਨ, ਪਲਾਸਟਿਕ ਵੇਸਟ ਦੀ ਪ੍ਰੋਡਕਸ਼ਨ। ਐਂਡ ਇਟ ਇਜ਼ ਐਸਟੀਮੇਟਡ ਕਿ ਆਪਾਂ ਇਹਨੂੰ ਟ੍ਰਿਪਲ ਕਰ ਦਾਂਗੇ 2060 ਤੱਕ ਇਫ ਵੀ ਕੰਟੀਨਿਊ ਦ ਯੂਜ਼ਸ ਲਾਈਕ ਦੈਟ, right? and most of this goes into landfills ਜਾਂ ਇਹਨਾਂ ਨੂੰ ਜਲਾ ਦਿੱਤਾ ਜਾਂਦਾ ਹੈ which is very polluting, ਜਾਂ ਫਿਰ ਗਲਤ ਤਰੀਕੇ ਨਾਲ ਇਹਨਾਂ ਨੂੰ ਡਿਸਪੋਜ਼ ਆਫ ਕੀਤਾ ਜਾਂਦਾ ਹੈ। ਅਗੇਨ all of this is very harmful to human health and survival। ਇਸੇ ਲਈ ਵਰਲਡ ਦੀਆਂ ਲੀਡਿੰਗ ਕੰਟਰੀਜ਼ they are trying to make a legally binding agreement to manage, recycle, reuse plastic in every country, ਰਾਈਟ? ਇਹ ਏਮ ਹੈ ਨਾ ਇਹ ਗਲੋਬਲ ਪਲਾਸਟਿਕ ਕੋਐਲੀਸ਼ਨ ਦਾ ਕਾਈਂਡ ਆਫ ਕਿ 2024 ਦੇ ਐਂਡ ਤੱਕ ਇੱਕ ਲੀਗਲੀ ਬਾਈਂਡਿੰਗ ਡਾਕੂਮੈਂਟ ਬਣ ਜਾਣਾ ਚਾਹੀਦਾ ਹੈ। ਨਾਓ ਇੰਡੀਆ ਦਾ ਸਟੈਂਡ ਕੀ ਹੈ? ਦੇਖੋ ਇੰਡੀਆ ਸਪੋਰਟਸ ਆਲ ਥੀਸ এনवायरमेंट ਫ੍ਰੈਂਡਲੀ ਐਫਰਟਸ, ਬਟ ਇੰਡੀਆ ਦਾ ਕਹਿਣਾ ਇਹ ਹੈ ਕਿ ਸਭ ਤੋਂ ਪਹਿਲਾਂ ਕਾਮਨ ਬਲੱਡ ਡਿਫਰੈਂਸ਼ੀਏਟਡ ਰਿਸਪੌਂਸਿਬਿਲਿਟੀ ਹਮੇਸ਼ਾ ਇੰਡੀਆ ਸਟੈਂਡ ਕਰਦਾ ਹੈ। ਯਾਨੀ ਕਿ ਵੱਡੀ ਕੰਟਰੀਜ਼ ਨੇ they have more resources and they are also responsible for more pollution if you see the history। that is why their responsibility should be higher in managing the environment। secondly ਇੰਡੀਆ ਕਹਿੰਦਾ ਹੈ ਕਿ ਬਈ ਤੁਸੀਂ ਐਵੇਂ ਹੀ ਸਿੱਧਾ ਬੈਨ ਨਹੀਂ ਲਗਾ ਸਕਦੇ, ਤੁਸੀਂ ਹਮੇਸ਼ਾ ਦੇਖਣਾ ਹੈ ਕਿ ਅਫੋਰਡੇਬਲ ਆਲਟਰਨੇਟਿਵਸ ਹੈਗੇ ਹੈ ਕਿ ਨਹੀਂ, ਬਿਕੋਜ਼ ਇੰਡੀਆ ਦੀ ਬਹੁਤ ਸਾਰੀ ਪੋਪੂਲੇਸ਼ਨ ਇਜ਼ ਪੂਅਰ। ਵੀ ਕੈਨੋਟ ਜਸਟ
डिलीट प्लास्टिक्स फ्रॉम आवर लाइफ। देखो प्लास्टिक ਦੇ ਬੈਗਸ, ਪਲਾਸਟਿਕ ਦੇ ਕੱਪਸ, ਪਲਾਸਟਿਕ ਪਲੇਟਸ, ਪਲਾਸਟਿਕ ਸਾਡੇ ਹਰ ਏਰੀਆ ਦੇ ਵਿੱਚ ਘੁਸ ਚੁੱਕਿਆ ਹੈ, ਐਂਡ that is making it accessible to all the people। ਹੁਣ ਇਹੀ ਤੁਸੀਂ ਅਗਰ ਗਲਾਸ ਬੋਟਲਸ ਨਾਲ ਚੀਜ਼ਾਂ ਰਿਪਲੇਸ ਕਰ ਦੋ ਨਾ, ਉਹੀ ਚੀਜ਼ ਦੀ ਕਾਸਟ ਵੱਧ ਜਾਂਦੀ ਹੈ। ਤੇ ਇਹ ਇੰਡੀਆ ਦੇ ਪੀਪਲਸ ਲਈ ਇਟ ਕੈਨੋਟ ਬੀ ਇਫੈਕਟਿਵ, ਠੀਕ ਹੈ, ਕਿਉਂਕਿ ਪਰਚੇਸਿੰਗ ਪਾਵਰ ਇਜ਼ ਲੋ। ਸੋ ਦੈਟਸ ਵਾਈ ਇੰਡੀਆ ਇਜ਼ ਸੇਇੰਗ ਕਿ ਅਗਰ ਤੁਸੀਂ ਇਹ ਸਭ ਲੀਗਲੀ ਬਾਈਂਡਿੰਗ ਚੀਜ਼ਾਂ ਲਿਆਉਂਦੇ ਹੋ, ਅਸੀਂ ਤਾਂ ਹੀ ਐਕਸੈਪਟ ਕਰਾਂਗੇ ਇਫ ਦੇਰ ਆਰ available, accessible and affordable alternatives also। ये तीनों keywords है, प्लीज याद रखने हैं along with common and differentiated responsibility। फाइनली प्रीलिम्स ਲਈ ਇੰਪੋਰਟੈਂਟ ਵਰਲਡ ਇਨਵਾਇਰਨਮੈਂਟ ਡੇ। ਹਰ ਸਾਲ 5 ਜੂਨ ਨੂੰ ਵਰਲਡ ਇਨਵਾਇਰਨਮੈਂਟ ਡੇ ਬਣਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ ਆਰ ਲੈਂਡ ਆਰ ਫਿਊਚਰ। ਬਹੁਤ ਇੰਪੋਰਟੈਂਟ ਹੈ, ਯਾਦ ਰੱਖੋ, ਐਗਜ਼ਾਮਸ ਵਿੱਚ ਹਾਈਲੀ ਪ੍ਰੋਬੇਬਲ ਹੈ। ਇਸ ਵਾਰ ਦਾ ਵਰਲਡ ਇਨਵਾਇਰਨਮੈਂਟ ਡੇ ਸਾਊਦੀ ਅਰੇਬੀਆ ਵਿੱਚ ਮਨਾਇਆ ਗਿਆ ਸੀ, ਐਂਡ ਇਟ ਇਜ਼ ਫੋਕਸਿੰਗ ਔਨ ਲੈਂਡ ਰਿਸਟੋਰੇਸ਼ਨ, ਡੈਜ਼ਰਟੀਫਿਕੇਸ਼ਨ ਐਂਡ ਡਰੌਟ ਰੈਜ਼ਿਲੀਅੰਸ। ਤੁਹਾਨੂੰ ਪਤਾ ਹੈ ਕਿ ਆਪਾਂ ਗਲਤ ਆਪਣੀਆਂ डिफॉरेस्टेशन बहुत है फॉर एग्रीकल्चर, फॉर इंडस्ट्रियलाइजेशन, फॉर अर्बनाइजेशन, या फिर वी आर पुटिंग लॉट ऑफ केमिकल्स इनटू आवर सॉइल्स, या आप इंडस्ट्रियल इफ्लुएंट्स, इन डिफरेंट वेज वी आर इंपैक्टिंग अवर लैंड। एंड लैंड ही बहुत ज़रूरी है अपने सर्वाइवल ਲਈ, ਆਪਣੀ ਐਗਰੀਕਲਚਰ ਲਈ, ਆਪਣੀ ਬਾਇਓਡਾਇਵਰਸਿਟੀ ਲਈ। So all of that is getting weakened if you are not focusing on land। That is why the theme this year is our land our future, right? So it is very important ਕਿ ਆਪਾਂ land ਨੂੰ protect ਕਰੀਏ ਤਾਂ ਕਿ ਆਪਾਂ ਆਪਦੇ future ਨੂੰ protect ਕਰ ਸਕੀਏ। That is the theme of this year's World Environment Day। Let's hope कि ਆਪਾਂ ਸਾਰੇ ਇਹ ਕਰ ਪਾਉਂਦੇ हैं, but for now just focus on the details so that ਆਪ ਤੁਸੀਂ exam ਦੇ related questions ਨੂੰ answer ਕਰ ਪਾਓ। For any queries, any details, contact us on 8837604500। ਇਹ ਸਾਰੀ PPTs PDFs ਵਗੈਰਾ ਤੁਹਾਨੂੰ ਕੰਪਾਈਲੇਸ਼ਨ ਦੇ ਫਾਰਮ ਤੇ ਮੰਥ ਐਂਡ ਤੇ ਮਿਲ ਜਾਂਦੀ ਹੈ। ਵੀ ਆਰ ਸੂਨ ਗੋਇੰਗ ਟੂ ਰਿਲੀਜ਼ ਆਰ ਮੇ ਕੰਪਾਈਲੇਸ਼ਨ। For any other queries, contact us at 8837604500। Just leave in a WhatsApp message with your name. We'll be there for solving your queries। That is all for today. Thank you so much for joining।